इतराज अरविंद केजरीवाल तो हैगा या पूरी टीम तो ही हैगा? अरविंद केजरीवाल तो सबसे बड़ा एतराज है, क्योंकि अल्टीमेटली इस बंदे ने इंस्टीट्यूशन खड़ा नहीं होने दिता। ਇਹਦੇ ਵਿੱਚ ਹੁਣ ਜਦੋਂ NRI ਫੰਡਿੰਗ ਦੀ ਗੱਲ ਆਉਂਦੀ ਹੈ, ਸੁਖਪਾਲ ਸਿੰਘ ਖਹਿਰਾ ਇਸ ਵੇਲੇ ਪੰਜਾਬ ਦੇ ਤੁਹਾਨੂੰ ਪਤਾ ਵੱਡੇ ਲੀਡਰ ਰਹੇ ਨੇ, LOP ਰਹੇ ਨੇ, ਉਹ ਵੀ ਚੁੱਪਦੇ ਰਹੇ ਨੇ, ਤਾਂ ਉਹਨਾਂ ਦਾ ਜ਼ਿਕਰ ਜਦੋਂ ਅਸੀਂ ਕਰਦੇ ਹਾਂ ਉਹ ਜੇਲ੍ਹ ਦੇ ਵਿੱਚ ਇਸੇ ਕਰਕੇ ਨੇ ਕਿ NRI ਫੰਡਿੰਗ ਦਾ ਕੋਈ ਹਿਸਾਬ ਨਹੀਂ ਆ ਰਿਹਾ ਤੇ ਉਹਦੇ ਪਿੱਛੇ ਆਮ ਆਦਮੀ ਪਾਰਟੀ ਸਾਰੇ ਹੱਥ ਪਿੱਛੇ ਖਿੱਚ ਗਈ, ਕੋਈ ਸਪੋਰਟ ਨਹੀਂ ਕਰ ਰਹੀ, ਕੋਈ ਮਦਦ ਨਹੀਂ ਕਰ ਰਹੀ, ਜਦ ਕਿ ਉਹ ਸਾਫ਼ ਤੌਰ ਤੇ ਕਹਿੰਦੇ ਕਿ ਮੈਂ ਅਮਰੀਕਾ ਗਿਆ ਸੀ ਤਾਂ ਪੈਸਾ ਪਾर्टी ਦੇ फंड 'ਚ ही गया ਉੱਥੋਂ ਦੇ। अरविंद केजरीवाल जी ने ये इस बात को सुनिश्चित किया, एंश्योर किया कि सब कुछ बाद में, अब पीछे साइड पे बस मैं दिखूं और मेरे को जो अपना पॉलिटिकल एम्बिशन था वो मुझे पूरा करना था। ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਅੰਦੋਲਨ ਦਾ ਜ਼ਿਕਰ ਕਰਦੀ ਹੋਈ ਲੋਕਾਂ ਦੇ ਵਿੱਚ ਗਈ ਤੇ ਲੋਕਾਂ ਨੇ ਫਤਵਾ ਵੀ ਦਿੱਤਾ, ਪਰ ਤੁਹਾਨੂੰ ਲੱਗਦਾ ਕਿ ਹੁਣ ਜਿਸ ਤਰੀਕੇ ਨਾਲ ਤੁਸੀਂ ਖੁੱਲ੍ਹ ਕੇ ਬੋਲ ਰਹੇ ਹੋ, ਬਹੁਤ ਸਾਰੇ ਲੋਕ ਬੋਲਣਾ ਚਾਹੁੰਦੇ ਨੇ, ਉਹਨਾਂ ਦੀਆਂ ਜ਼ੁਬਾਨਾਂ ਬੰਦ ਨੇ ਅਸੀਂ तो हर आदमी तुम ये सोचो कि जाके फिर वही आंदोलन का भी मोड़ी च आके चैलेंज करेगा, नहीं हो सकता। आम आदमी पार्टी जनता ने खड़ी की सी, लेकिन उसके कब्जा अरविंद केजरीवाल का हो चुका है। तुसी ना उन्होंने सपोर्ट करो ना आम आदमी पार्टी ने सपोर्ट करो। इस वक्त पार्टी अपने वास्ते सीधी आ जाए दैन यस दैन, बट वो होना नहीं है। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਤੇ ਅਜਿਹੇ ਮਾਹੌਲ ਦੇ ਵਿੱਚ ਚਰਚਾਵਾਂ ਉਸ ਚੀਜ਼ ਨੂੰ ਵੀ ਲੈ ਕੇ ਹੁੰਦੀਆਂ ਕਿ ਫੰਡਿੰਗ ਕਿੱਥੋਂ ਹੋ ਰਹੀ ਹੈ। ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਇਲੈਕਸ਼ਨਾਂ ਹੋਈਆਂ, ਫੰਡਿੰਗ ਦੇ ਨੂੰ ਲੈ ਕੇ ਰੌਲੇ ਪੈਂਦੇ ਰਹੇ ਨੇ, ਤਾਂ ਆਮ ਆਦਮੀ ਪਾਰਟੀ ਵੀ ਸਵਾਲਾਂ 'ਚ ਰਹੀ ਹੈ। ਸਾਡੇ ਨਾਲ ਮਨੀਸ਼ ਜੀ ਨੇ ਅੱਜ ਗੱਲਬਾਤ ਕਰਕੇ ਸਮਝਣਾ ਹੈਗਾ, ਕਿਉਂਕਿ ਜਦੋਂ NRI ਫੰਡ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੀ ਚਰਚਾ ਵੱਡੇ ਪੱਧਰ ਤੇ ਹੁੰਦੀ ਹੈ ਕਿ ਇਹ ਫੰਡ ਕਿੱਥੋਂ ਆ ਰਹੇ ਨੇ, ਇਹਨਾਂ ਦਾ ਕੀ ਵੇਰਵਾ ਲੋਕਾਂ ਨੂੰ ਦਿੱਤਾ ਜਾ ਰਿਹਾ। ਆਮ ਆਦਮੀ ਪਾਰਟੀ ਵਾਹਦ ਇੱਦਾਂ ਦੀ ਪਾਰਟੀ ਸੀ ਪਹਿਲਾਂ ਜਿਹੜੀ ਕਹਿੰਦੀ ਸੀ ਕਿ ਅਸੀਂ ਸਾਰਾ ਆਪਣਾ ਵੇਰਵਾ ਆਨਲਾਈਨ ਮੁਹੱਈਆ ਕਰਵਾਉਂਦੇ ਹਾਂ, ਪਰ ਉਸ ਤੋਂ ਬਾਅਦ ਇੱਕ ਬ੍ਰੇਕ ਵੀ ਲੱਗ ਗਈ। ਉਹ ਬ੍ਰੇਕ ਕਿਉਂ ਲੱਗੀ, ਮਨੀਸ਼ ਜੀ ਜਿਹੜੇ ਨੇ ਅੱਜ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ, ਸਭ ਤੋਂ ਪਹਿਲਾਂ ਤਾਂ NRI ਫੰਡਿੰਗ ਦਾ ਬੜਾ ਲੰਬੇ ਸਮੇਂ ਤੋਂ ਰੌਲਾ ਰਿਹਾ ਹੈਗਾ। ਸੁਖਪਾਲ ਸਿੰਘ ਖਹਿਰਾ ਵੀ ਇਸੇ ਚੱਕਰ ਦੇ ਵਿੱਚ ਵੱਡੇ ਇਸ ਵੇਲੇ ਉਹਨਾਂ ਦੇ ਕਾਨੂੰਨਾਂ ਦਾ ਸਾਹਮਣਾ ਕਰ ਰਹੇ ਨੇ। ਇਹ ਆਮ ਆਦਮੀ ਪਾਰਟੀ ਜਿਹੜਾ ਪਾਰਦਰਸ਼ਤਾ ਦੀ ਗੱਲ ਕਰ ਰਹੀ ਸੀ, लगता है वो पारदर्शिता हुण है उस तरीके? बिल्कुल नहीं हैगी, 100% गायब हो चुकी है। क्योंकि पॉलिटिकल फाइनेंस या पॉलिटिकल डोनेशन, पॉलिटिकल फंडिंग, इलैक्शन कैंपेन फाइनेंस भी कहते हैं उन्होंने, वो उसका मतलब ये है कि तुसी जो भी पैसा मिलता है डोनेशन, एवरी पॉलिटिकल पार्टी इज ए पब्लिक एंटिटी, पीपल कैन डोनेट एंड दे कैन कलेक्ट द फंड्स एंड देन दे शुड डिस्प्ले द एक्सपेंसेस, दैट इज़ व्हाट इट इज़, ठीक है ना, बिकॉज उनको टैक्स एग्जम्प्ट स्टेटस मिलता है, ठीक है। सो जो पैसा उन्होंने मिले सी, आम आदमी पार्टी ने पहले तो बड़ी शिद्दत के नाल विखाया, ठीक है। 5 रुपए की डोनेशन मिलती सी और वैबसाइट पर लिखा जाता सी डोनर का नाम। 2016 में जून में जदों असी सत्ता में आ गए दिल्ली में, तो मन बदल चुके सी, ठीक है ना। लगा कि वड्डा पैसा इकट्ठा किया जा सकता है, तो वड्डा पैसा इकट्ठा करना है तो तुहानूं हटाना पेगा हिसाब किताब, तां ही तुसी गड़बड़ कर सकते हो। तो इस वास्ते जून 2016 में आम आदमी पार्टी ने अपने सिद्धांत तो यू टर्न लेंदे हुए 360 डिग्री टर्न लेता एंड अपनी पॉलिटिकल पार्टी के डोनेशन हटा लिता। साड़ा विरोध उत्थे ही सी। असी कहा कि जो चंदे की पारदर्शिता की गल लैके आए सी एक वचन, उस तो आप मुकर नहीं सकते। दूजे है कि असी अगर सच्चाई की राजनीति करनी है तो पॉलिटिकल फंडिंग हैज़ टू बी ट्रांसपेरेंट। आम आदमी पार्टी के आगुआं नाल जदों गलबात करने की कोशिश करते हैं, कहते कि असी वो करते सीगे 2016 तक किया भी, पर कहते कि ਜਿਹੜੇ ਅਸੀਂ ਲੋਕਾਂ ਦਾ ਦੱਸਦੇ ਸੀ ਵੀ ਇਹ ਸਾਡੇ ਫੰਡਿੰਗ ਕਰ ਰਹੇ ਨੇ, ਤਾਂ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਉਹਨਾਂ ਤੇ ਦਬਾਅ ਬਣਾਉਂਦੀ ਸੀ, ਉਹਨਾਂ ਤੇ ਪ੍ਰੈਸ਼ਰ ਬਣਾਉਂਦੀ ਸੀ, ਉਹਨਾਂ ਦੇ ਉੱਪਰ ਕਾਰਵਾਈਆਂ ਕਰਨ ਦੀ ਇਲਜ਼ਾਮ ਜਾਂ ਉਹਨਾਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਸੀ। ਪੋਲੀਟੀਕਲ ਐਕਸਕਿਊਜ਼ ਹੈਗਾ, ਪਿਓਰ ਪੋਲੀਟੀਕਲ ਐਕਸਕਿਊਜ਼, ਪਿਓਰ ਪੋਲੀਟਿਕਸ। ਸਾਡੇ ਜਿਹੜੇ ਡੋਨਰ ਸੀ 5 ਰੁਪਏ ਤੋਂ ਲੈ ਕੇ 50 ਲੱਖ ਤੱਕ, ਇਹ ਸਭ ਕ੍ਰਾਂਤੀਕਾਰੀ ਲੋਕ ਸੀ। ਉਹ ਦੇਸ਼ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਐਜ਼ ਅ ਪੋਲੀਟੀਕਲ ਪਾਰਟੀ ਸਪੋਰਟ ਨਹੀਂ ਕਰਦੇ ਪਏ ਸੀ। They were supporting आम आदमी पार्टी just because of the that rebellious nature कि हाँ ठीक है रेवोल्यूशन लेके आनी है। शहीद भगत सिंह के अनुयायी सी असी सारे, वो शहीद भगत सिंह नू सोच के डोनेशन देंदे सी कि बदलाव लेके आना है। आम आदमी पार्टी खुद कहती सी वी आर नॉट ए पॉलिटिकल पार्टी, वी आर अनदर नेम ऑफ मूवमेंट रेवोल्यूशन। तो साढ़े जो डोनर सी वो डरते नहीं सी किसी ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਅੰਦੋਲਨ ਦਾ ਜ਼ਿਕਰ ਕਰਦੀ ਹੋਈ ਲੋਕਾਂ ਦੇ ਵਿੱਚ ਗਈ ਤੇ ਲੋਕਾਂ ਨੇ ਫਤਵਾ ਵੀ ਦਿੱਤਾ, ਪਰ ਤੁਹਾਨੂੰ ਲੱਗਦਾ ਕਿ ਹੁਣ ਜਿਸ ਤਰੀਕੇ ਨਾਲ ਤੁਸੀਂ ਖੁੱਲ੍ਹ ਕੇ ਬੋਲ ਰਹੇ ਹੋ, ਬਹੁਤ ਸਾਰੇ ਲੋਕ ਬੋਲਣਾ ਚਾਹੁੰਦੇ ਨੇ, ਉਹਨਾਂ ਦੀਆਂ ਜ਼ੁਬਾਨਾਂ ਬੰਦ ਨੇ ਇਸ ਵੇਲੇ? एग्जैक्टली सभी काफ़ी लोग बोलना चाहते हैं, काफ़ी लोग बैठ के ठीक है छड्डो यार हुण की हो सकता है। गल है कि पहले दे फील चीटिड, दे फील
deceived ਕਿ ਸਾਡੇ ਨਾਲ ਜੇ ਜੋ ਨੈਤਿਕ ਧੋਖਾ ਹੁੰਦਾ ਹੈ ਨਾ ਤਾਂ ਐਵਰੀਵਨ ਇਜ਼ ਨਾਟ ਗੋਇੰਗ ਟੂ ਬਿਕੋਜ਼ ਵੀ ਆਲ ਆਰ ਆਫਟਰ ਆਲ ਐਟ ਦ ਐਂਡ ਆਫ ਦ ਡੇ ਵੀ ਆਰ ਕਾਮਨ ਮੈਨ परिवार संभालना है रोजी रोटी संभालनी है the food has come to the table I have to serve food for my kids तो हर आदमी तुम ये सोचो कि जाके फिर वही आंदोलन का भी मोड़ी च आके चैलेंज करेगा नहीं हो सकता। ਅਰਵਿੰਦ ਕੇਜਰੀਵਾਲ ਤੁਹਾਨੂੰ ਸ਼ਿਕਵਾ ਕਿਹਦੇ ਕੋਲ ਹੈਗਾ ਕਿਉਂਕਿ ਅਰਵਿੰਦ ਕੇਜਰੀਵਾਲ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਲੋਕਾਂ ਨੂੰ ਕਹਿੰਦੇ ਨੇ ਕਿ ਮੈਂ ਤੁਹਾਡਾ ਬੇਟਾ ਹੈਗਾ ਅਸੀਂ ਤੁਹਾਡੇ ਪੈਸੇ ਤੁਹਾਡੇ ਤੇ ਲਾਵਾਂਗੇ ਅਸੀਂ ਜਿਹੜੀਆਂ ਚੀਜ਼ਾਂ ਮੁਫਤ ਵੀ ਦੇ ਰਹੇ ਹਾਂ ਉਹ ਕੋਈ ਮੁਫਤ ਨਹੀਂ ਅਸੀਂ ਸਾਰਾ ਜਿਹੜਾ ਲੋਕਾਂ ਦਾ ਟੈਕਸ ਮਾਰਿਆ ਜਾ ਰਿਹਾ ਉਹੀ ਅਸੀਂ ਤੁਹਾਡੇ ਤੱਕ ਪਹੁੰਚਾਉਣਾ ਹੈਗਾ। ਪੰਜਾਬ ਦੇ ਵਿੱਚ ਆਣ ਕੇ ਇਦਾਂ ਦੀਆਂ ਜ਼ਿਕਰ ਕਰ ਰਹੇ ਨੇ ਹਜ਼ਾਰ ਔਰਤਾਂ ਨੂੰ ਵੀ ਜਿਹੜਾ ਕਹਿੰਦੇ ਅਸੀਂ ਬੱਚਿਆਂ ਨੂੰ ਵੀ ਵਿਦੇਸ਼ਾਂ ਦੇ ਵਿੱਚ ਭੇਜਣਾ ਹੈਗਾ ਤਾਂ ਬਹੁਤ ਸਾਰੀਆਂ ਗੱਲਾਂ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਕਰ ਰਹੇ ਨੇ। ਇਤਰਾਜ਼ ਅਰਵਿੰਦ ਕੇਜਰੀਵਾਲ ਤੋਂ ਹੈਗਾ ਜਾਂ ਪੂਰੀ ਟੀਮ ਤੋਂ ਹੀ ਹੈਗਾ ਇਸ ਵੇਲੇ? अरविंद केजरीवाल तो सबसे बड़ा एतराज़ है क्योंकि अल्टीमेटली इस बंदे ने इंस्टीट्यूशन खड़ा नहीं होने देता। आम आदमी पार्टी शुड हैव बिकम ए इंस्टीट्यूशन। आज दूसरी पॉलिटिकल पार्टी की देते हो तुसी व्यक्ति के नाम से आइडेंटिफाई करते हो। दूजी आम आदमी पार्टी शुड हैव बिकम एन इंस्टीट्यूशन इन इटसेल्फ। पीपल कम एंड गो, इंडिविजुअल्स विल कम एंड गो, बट इफ द प्रिंसिपल इज साउंड, द बेसिक फाउंडेशन इज साउंड, then it lasts and then it can bring the change। ਉਹ ਨਹੀਂ ਹੋਇਆ। ਇਹ ਪਹਿਲੇ ਆਮ ਆਦਮੀ ਪਾਰਟੀ ਦੀ ਗੱਲ ਕਰਦਾ, ਸਿਧਾਂਤਾਂ ਦੀ ਗੱਲ ਕਰਦਾ ਸੀ ਅਰਵਿੰਦ ਕੇਜਰੀਵਾਲ। ਜਦੋਂ ਪਾਰਟੀ ਸੱਤਾ ਵਿੱਚ ਆ ਗਏ ਤੇ ਕਹਿੰਦੇ ਕਿ ਨਹੀਂ ਆਈ ਐਮ ਲਾਰਜਰ ਦੈਨ ਲਾਈਫ ਨਾਓ ਐਂਡ ਉਹ ਪਰਸੋਨਾ ਪਰਸੈਪਸ਼ਨ ਕ੍ਰੀਏਟ ਕੀਤਾ ਗਿਆ। ਤੁਸੀਂ ਵਿਦੇਸ਼ੀ ਫੰਡ ਦਾ ਵੇਰਵਾ ਦੇਖਦੇ ਰਹੇ ਹੋ, ਲੰਮਾ ਸਮਾਂ ਤੁਹਾਡੇ ਹੱਥ ਕਮਾਂਡ ਰਹੀ ਹੈਗੀ, ਕਿੰਨਾ ਕੁ ਪੈਸਾ ਆਉਂਦਾ ਸੀਗਾ NRI ਤੋਂ ਤਾਂ ਕਿੰਨਾ ਕੁ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਖੁਰਦ-ਬੁਰਦ ਕਰ ਦਿੱਤਾ ਗਿਆ ਲੋਕਾਂ ਤੇ? ਨਹੀਂ ਖੁਰਦ-ਬੁਰਦ ਇਜ਼ ਅ ਗੁੱਡ ਟਰਮ, ਚੰਗੀ ਗੱਲ ਹੈ। ਦੇਖिए पैसा तो खूब आया ना, पैसे जो तो दिखाओगे नहीं तो डिफिकल्ट टू से कि कितना पैसा आया। अकाउंटेबिलिटी onus lies on you, not on me। if you become opaque, not transparent, then the onus lies on you to prove that you have wrong right। I can simply ask। पैसा खूब आया 2015-16 कम से कम विदेशों तो 40 करोड़ पैसा आया, कम से कम। NRI ने कनाडा तो खुल मतलब लगा पे पूरा मुहिम सी, ਲੋਕੀ ਕੂਦ ਕੇ ਪੈਸੇ ਦਿੰਦੇ ਪਏ ਸੀ। ਲੋਕਾਂ ਨੇ ਇਤਬਾਰ ਕੀਤਾ ਬਹੁਤ ਜ਼ਿਆਦਾ ਕਿ ਅਸੀਂ ਮਦਦ ਕਰਾਂਗੇ, ਤੁਸੀਂ ਆਓ। ਜੀ ਐਬਸੋਲੂਟਲੀ ਵਿਸ਼ਵਾਸ ਦੇ ਨਾਮ ਤੇ ਦਿੱਤਾ ਸੀ। ਉਹ ਬੰਦਾ ਹੁਣ ਖੁਦ ਪਾਰਟੀ ਤੇ ਕਬਜ਼ਾ ਕਰਕੇ ਬੈਠ ਗਿਆ। ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ 2 ਟਰਮਸ ਦੇ ਇਲਾਵਾ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਸੰਵਿਧਾਨ ਵਿੱਚ ਲਿਖਿਆ ਹੈਗਾ ਕਿ no person can hold more than 2 terms। 8 ਸਾਲ ਦੇ ਬਾਅਦ ਵੀ 4 years ਦੀ ਇੱਕ ਮਤਲਬ ਕਨਵੀਨਰਸ਼ਿਪ ਹੁੰਦੀ ਹੈ। 8 ਸਾਲ ਦੇ ਬਾਅਦ ਵੀ ਅਰਵਿੰਦ ਕੇਜਰੀਵਾਲ ਅੱਜ ਵੀ ਪਾਰਟੀ ਦਾ ਕਨਵੀਨਰ ਵੀ ਹੈਗਾ, ਪਾਰਟੀ ਦਿੱਲੀ ਦਾ CM ਵੀ ਹੈਗਾ। ਪੰਜਾਬ ਵਿੱਚ ਵੀ ਉਹ CM ਬਣਨਾ ਚਾਹੁੰਦਾ ਹੁਣ। ਇਹ ਕਹਿੰਦਾ ਨਹੀਂ ਕੇਜਰੀਵਾਲ ਨੂੰ ਮੌਕਾ ਦਿਓ, ਪਾਰਟੀ ਨੂੰ ਮੌਕਾ ਦੇਣ ਦੀ ਗੱਲ ਨਹੀਂ ਹੁੰਦੀ ਪਈ, ਕੇਜਰੀਵਾਲ ਨੂੰ ਮੌਕਾ ਦਿਓ। ਵਾਈ ਕਿਸ ਵਾਸਤੇ? ਤੁਹਾਨੂੰ ਇਹ ਲੱਗਦਾ ਕਿ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਸਾਰੀਆਂ ਚੀਜ਼ਾਂ ਮੈਂ ਆਪਣੇ ਅੰਡਰ ਹੀ ਰੱਖਾਂ, ਪਾਵਰ ਆਪਣੇ ਕੋਲ ਹੀ ਰੱਖਾਂ, ਇਸੇ ਕਰਕੇ ਸਾਰਾ ਕੁਝ ਆਪਣੇ? ਲੱਗਦਾ ਨਹੀਂ ਹੈਗਾ, ਸੱਚਾਈ ਹੈਗੀ। ਦਿਸ ਇਜ਼ ਵਾਟ ਇਜ਼ ਹੈਪਨਿੰਗ। ਇਹਦੇ ਵਿੱਚ ਹੁਣ ਜਦੋਂ NRI ਫੰਡਿੰਗ ਦੀ ਗੱਲ ਆਉਂਦੀ ਹੈ, ਸੁਖਪਾਲ ਸਿੰਘ ਖਹਿਰਾ ਇਸ ਵੇਲੇ ਪੰਜਾਬ ਦੇ ਤੁਹਾਨੂੰ ਪਤਾ ਵੱਡੇ ਲੀਡਰ ਰਹੇ ਨੇ, LOP ਰਹੇ ਨੇ, ਉਹ ਵੀ ਚੁੱਪਦੇ ਰਹੇ ਨੇ, ਤਾਂ ਉਹਨਾਂ ਦਾ ਜ਼ਿਕਰ ਜਦੋਂ ਅਸੀਂ ਕਰਦੇ ਹਾਂ ਉਹ ਜੇਲ੍ਹ ਦੇ ਵਿੱਚ ਇਸੇ ਕਰਕੇ ਨੇ ਕਿ NRI ਫੰਡਿੰਗ ਦਾ ਕੋਈ ਹਿਸਾਬ ਨਹੀਂ ਆ ਰਿਹਾ ਤੇ ਉਹਦੇ ਪਿੱਛੇ ਆਮ ਆਦਮੀ ਪਾਰਟੀ ਸਾਰੇ ਹੱਥ ਪਿੱਛੇ ਖਿੱਚ ਗਈ, ਕੋਈ ਸਪੋਰਟ ਨਹੀਂ ਕਰ ਰਹੀ, ਕੋਈ ਮਦਦ ਨਹੀਂ ਕਰ ਰਹੀ, ਜਦ ਕਿ ਉਹ ਸਾਫ਼ ਤੌਰ ਤੇ ਕਹਿੰਦੇ ਕਿ ਮੈਂ ਅਮਰੀਕਾ ਗਿਆ ਸੀ ਤਾਂ ਪੈਸਾ ਪਾਰਟੀ ਦੇ ਫੰਡ 'ਚ ਹੀ ਗਿਆ ਉੱਥੋਂ ਸਿੱਧਾ। ਸਾਡੀ ਜਿਹੜੀ ਟਰਾਂਸਪੇਰੈਂਸੀ ਪਾਰਦਰਸ਼ਿਤਾ ਮੈਂ ਬਣਾਈ ਸੀ ਇੱਕ ਵੈਬ ਸੀਰੀਜ਼ 2019 ਵਿੱਚ, ਉਸ ਦੇ ਵਿੱਚ ਮਯੰਕ ਗਾਂਧੀ ਗੱਲ ਕਹਿੰਦੇ ਨੇ, ਅਰਵਿੰਦ ਹੀ ਕੋਟਸ ਅਰਵਿੰਦ ਕਹਿੰਦੇ ਨੇ ਉਹਨੂੰ, ਮਯੰਕ ਨੂੰ, अपनी पार्टी में मुझे कोई ऐसा सोच वाला व्यक्ति नहीं चाहिए, कोई पढ़ा लिखा आदमी नहीं चाहिए। एक वॉलंटियर जाएगा 10, एक छोड़ के जाएगा 10 आएंगे। मुझे सिर्फ भारत माता की जय कहने वाले लोग चाहिए। तो दैट शोज़ जो आपका प्रश्न है कि भाई कि इसका क्या हुआ सब, उस बंदे ने मतलब अरविंद केजरीवाल जी ने ये इस बात को सुनिश्चित किया, एंश्योर किया कि सब कुछ बाद में या पीछे साइड पे बस मैं दिखूं और मेरे को जो अपना पॉलिटिकल एम्बिशन था वो मुझे पूरा करना था। लेकिन आप सच्चाई में देखें तो कितनी छोटी सी बात के लिए फिसल गए। वो एक देश में एक बहुत बड़ी मुहिम आनी थी बदलाव की, वो दिल्ली की CM की सीट जिसकी मेयर से ज़्यादा कोई औकात नहीं है, उसके लिए फिसल गए। आप सोचिए खुद, गांधी बनने का उनके लिए एक मौका था कि दिल्ली संभालो, मैं पूरे देश में बदलाव लाना चाहता हूँ। वो बदलाव के लिए जनता लालायित थी। ਤੁਸੀਂ ਵੇਖੋ ਹੁਣ ਕੀ ਹੋਇਆ, ਲੱਗਦਾ ਬ੍ਰੇਕ ਲੱਗ ਗਈ ਉਸ ਚੀਜ਼ ਨੂੰ, ਉਹ ਜਿਹੜੀ ਮੂਵਮੈਂਟ ਸੀਗੀ ਉਹ ਬ੍ਰੇਕ ਲੱਗ ਗਈ, ਹੁਣ ਅੱਗੇ ਚੱਲਣੇ ਵੀ ਨਹੀਂ। ਸਮਝੌਤਾ ਕਿਹਦੇ ਨਾਲ ਹੋਇਆ ਫਿਰ ਅਰਵਿੰਦ ਕੇਜਰੀਵਾਲ ਦਾ, ਕਿਹਦੇ ਨਾਲ ਗੱਲਬਾਤ, ਕਿਹਦੇ ਨਾਲ ਸੈਟਿੰਗ, ਕਿਹਦੇ ਨਾਲ? ਕਹਿੰਦੇ ਨਹੀਂ ਹੁੰਦੇ ਕਿ ਸੈਟਿੰਗ ਹੋ ਗਈ ਇਸ ਕਰਕੇ ਚੁੱਪ ਕਰਕੇ ਦਿੱਲੀ 'ਚ ਬੈਠ ਕੇ ਹੋ? नहीं, आई डोंट थिंक सेटिंग, वो सोच नहीं थी, वो लार्जर देन लाइफ एक इमेज, कल्ट पर्सनैलिटी खड़ी हो गई। क्योंकि आंदोलन से जब निकल के आते हो तो एक आंधी की तरह आते हैं लोग,
उसमें लगा कि आम आदमी पार्टी ने क्या क्या करके दे देगी। फिर बातें ऐसी की गई, चंदे की पारदर्शिता, आंतरिक स्वराज, आंतरिक लोकपाल, हम तो जी ये हैं वो हैं, ये नहीं करेंगे वो नहीं करेंगे। ये 500 रुपये की एक शर्ट पहन ली, 500 की पैंट पहन ली, लेकिन अब होटल्स, बड़े बड़े होटल्स में, 5 स्टार होटल में रहा जाता है। तो कथनी और करनी में फ़र्क था। ਕਹਿੰਦੇ ਸੀਗੇ ਵੀ ਅਸੀਂ चिंतन। ਕਹਿੰਦੇ ਸੀ ਵੀ ਅਸੀਂ ਘਰ ਨਹੀਂ ਲੈਣੇ, ਸਰਕਾਰੀ ਗੱਡੀਆਂ नहीं ਲੈਣੀਆਂ, सारा कुछ ਹੁਣ हाँ, मैं बार बार शिकागो से आके, हमारे जो अपने देशभक्त बंधु अभी भी खड़े हैं, मैं अन्ना जी से मिलने गया। हम क्यों जाना चाहते हैं? हमें तो कोई पॉलिटिकल पार्टी में शामिल होना नहीं है, हमने किसी पॉलिटिकल पार्टी से कुछ लेना नहीं है, कोई देना नहीं है किसी से। हम तो कहते हैं कि एक्टिविज़म वाला मोल्ड में हम थे सब लोग। अरविंद भी एक्टिविस्ट थे कभी, कितना बड़ा एक मौका खो दिया। अंदर ही अंदर उनको भी पता है। ਮਨੀਸ਼ ਜੀ ਤੁਸੀਂ ਸਾਥ ਸ਼ੁਰੂਆਤੀ ਸਮੇਂ ਦੇ ਵਿੱਚ ਸਾਥ ਦਿੱਤਾ ਹੈਗਾ, ਹੋਰ ਵੀ ਬਹੁਤ ਸਾਰੇ ਆਗੂ ਸੀਗੇ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਸਾਥ ਦਿੱਤਾ। ਕੁਮਾਰ ਵਿਸ਼ਵਾਸ ਦੀ ਗੱਲ ਕਰ ਲਈ, ਤੁਹਾਡੀ ਗੱਲ ਕਰ ਲਈ, ਹੋਰ ਵੀ ਆਗੂ ਸੀਗੇ। ਇਹ ਫਿਰ ਇਹ ਨਿਰਾਸ਼ਾ ਕਿਉਂ ਹੈਗੀ ਹੁਣ ਤੁਹਾਡੇ ਵਿੱਚ ਹੋ ਗਈ, ਜਾਂ ਕੁਮਾਰ ਵਿਸ਼ਵਾਸ ਦੇ ਵਿੱਚ ਹੋ ਗਈ, ਜਾਂ ਹੋਰ ਆਗੂਆਂ ਦੇ ਵਿੱਚ? ਇਹ ਨਿਰਾਸ਼ਾ ਇਸੇ ਕਰਕੇ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਆਪਣੇ ਆਪ ਨੂੰ ਸਾਰਾ ਕੁਝ ਸਮਝਦੇ ਨੇ, ਹੀ ਇਜ਼ ਦਾ ਪਾਵਰ, ਇਸ ਕਰਕੇ ਉਹ ਕਹਿੰਦੇ ਨੇ ਵੀ ਬਾਕੀ ਮੈਨੂੰ ਕੋਈ ਨਹੀਂ ਚਾਹੀਦਾ। ਤੁਸੀਂ ਵੀ ਮਿਹਨਤ ਉਨੀ ਕੀਤੀ ਸੀ, ਤੁਹਾਡੇ ਨਾਲ ਦੇ ਸਾਥੀਆਂ ਨੇ ਵੀ ਮਿਹਨਤ ਉਨੀ ਕੀਤੀ ਸੀ, ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਉਹਨਾਂ ਨੂੰ ਮਨਾਉਣਾ ਸਭ ਤੋਂ ਵੱਡੀ ਟਰਮ ਸੀ ਤੁਹਾਡੇ ਲਈ। एक आंदोलन की हत्या हुई है, आंदोलन की हत्या, और उसके बाद एक राजनीतिक एक जो प्रोसेस थी, एक रेवोल्यूशन आना था, उसकी हत्या हुई है। इसी में सब कुछ समाहित है जो आप बोल रहे हैं। ਲੱਗਦਾ ਹੁਣ ਪੰਜਾਬ ਦੇ ਲੋਕਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਅਗਲਾ ਫੈਸਲਾ, ਕਿਉਂਕਿ ਪੰਜਾਬ ਦੇ ਵਿੱਚ ਹੁਣ ਤੁਸੀਂ ਆਏ ਹੋ, ਚੰਡੀਗੜ੍ਹ ਦੇ ਵਿੱਚ ਅੱਜ ਖੜੇ ਹੋ, ਪੰਜਾਬ ਦੀਆਂ ਚੋਣਾਂ ਨੇ ਸਿਰ ਤੇ 2022 ਦੀਆਂ, ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਵਾਅਦੇ ਇਸ ਵੇਲੇ ਹੋ ਰਹੇ ਨੇ, ਬਹੁਤ ਸਾਰੇ ਲੋਕਾਂ ਨੂੰ ਭਰੋਸੇ ਦਿੱਤੇ ਜਾ ਰਹੇ ਨੇ ਕਿ ਅਸੀਂ ਦਿੱਲੀ ਵਰਗਾ ਮਾਡਲ ਪੰਜਾਬ ਦੇ ਵਿੱਚ ਸੈੱਟ ਕਰਨਾ ਹੈਗਾ। ਤਾਂ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ? पंजाबी भाइयों ਨੂੰ ਮੇਰਾ ਇਹ ਅਨੁਰੋਧ ਹੈਗਾ ਕਿ ਛਲ ਕਪਟ ਧੋਖੇਬਾਜ਼ੀ ਦੀ ਰਾਜਨੀਤੀ ਵਿੱਚ ਨਾ ਆਉਣ। ਇਹ ਇੱਕ ਪ੍ਰਪੰਚ ਹੈਗਾ, ਇਟ ਜਸਟ ਏ ਹਾਈਪ, ਐਂਡ ਜੋ ਵਾਅਦਾ ਦੀ, ਜੋ ਗਾਰੰਟੀਜ਼ ਦੀ ਇੱਕ ਬੁਛਾਰ ਹੁੰਦੀ ਪਈ ਹੈ, ਉਹ ਤਾਂ ਟੈਕਸ ਪੇਅਰਸ ਦਾ ਮਨੀ ਹੈਗਾ, ਉਹ ਇੱਕ ਪਾਰਟਿਕੂਲਰ ਸੈਗਮੈਂਟ ਨੂੰ ਤੁਸੀਂ ਦੇ ਵੀ ਦੋਗੇ। ਤਾਂ ਫੋਕਸ ਸ਼ੁੱਡ ਬੀ ਡਿਵੈਲਪਮੈਂਟ, ਜੌਬ ਕ੍ਰੀਏਸ਼ਨ ਐਂਡ ਸੋ ਮੈਨੀ ਅਦਰ ਥਿੰਗਸ। ਇਸ ਕਿਸਮ ਦਾ ਕੋਈ ਕੰਮ ਦਿੱਲੀ ਵਿੱਚ ਵੀ ਨਹੀਂ ਹੋਇਆ, ਤੁਸੀਂ ਧਿਆਨ ਦਿਓ। ਕੋਈ ਫਲਾਈਓਵਰ ਨਏ ਨਹੀਂ ਬਣੇ ਨੇ, ਕੋਈ ਨਵੇਂ ਸਕੂਲ ਨਹੀਂ ਬਣੇ ਨੇ, ਉਹੀ ਬਸ ਥੋੜਾ ਪੈਸਾ ਲੈ ਕੇ ਇੱਕ ਪਾਰਟਿਕੂਲਰ ਸੈਗਮੈਂਟ ਨੂੰ ਦੇ ਦਿੱਤਾ ਜਾਂਦਾ ਹੈਗਾ। ਤਾਂ ਮੈਂ ਇਹ ਕਹਾਂਗਾ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਦਿਓ, ਲੇਕਿਨ ਸਾਡੀ ਆਮ ਆਦਮੀ ਪਾਰਟੀ ਨੂੰ ਤੁਸੀਂ ਵੋਟ ਨਾ ਦੇਣਾ, ਕਿਉਂਕਿ ਅਸੀਂ ਐਨਆਰਆਈਆਂ ਦਾ ਵੀ ਪੈਸਾ ਬਹੁਤ ਆਉਣਾ ਹੁਣ, ਕਿਉਂਕਿ ਇਲੈਕਸ਼ਨਾਂ ਨੇ। ਤੁਸੀਂ ਵੀ ਉਦੋਂ ਐਨਆਰਆਈਆਂ ਤੋਂ ਕਾਫੀ ਪੈਸੇ ਲਿਆਂਦੇ, ਮਦਦ ਕੀਤੀ ਪਾਰਟੀ ਦੀ, ਹੁਣ ਵੀ ਆਉਣੇ ਨੇ ਪੈਸੇ। ਨਹੀਂ, ਹੁਣ ਤਾਂ ਘੱਟ ਹੋ ਚੁੱਕਾ। ਐਨਆਰਆਈਜ਼ ਸੈਗਮੈਂਟ, ਐਨਆਰਆਈ ਦੀ ਸਪੋਰਟ ਕਾਫੀ ਘੱਟ ਹੋ ਚੁੱਕੀ ਹੈ, ਮਿਨਿਸਕਿਊਲ ਹੈਗੀ, ਬੜੀ ਘੱਟ ਹੈਗੀ। They have understood him very well because they are sitting apart, they are sitting far away, they are more dispassionate, they understand, they have the more time and quality understanding of things, you know. It's not that people ਹੁਣ ਉਹ ਸਮਝ ਚੁੱਕੇ ਨੇ ਤੁਹਾਡੇ ਹਿਸਾਬ ਨਾਲ, ਤੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਾਉਣਾ ਚਾਹੀਦਾ ਤੁਹਾਡੇ। ਬਿਲਕੁਲ ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ, ਨੋਟ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਬਿਲੋਂਗਸ ਟੂ ਅਸ, ਅਰਵਿੰਦ ਕੇਜਰੀਵਾਲ ਦੇ ਪ੍ਰਪੰਚ ਵਿੱਚ ਆਉਣ ਦੀ ਲੋੜ ਨਹੀਂ ਹੈਗੀ। ਮਨੀਸ਼ ਜੀ, ਇਹ ਬੜੀ ਅਹਿਮ ਚੀਜ਼ ਤੁਸੀਂ ਕਹਿ ਰਹੇ ਹੋ, ਅਰਵਿੰਦ ਕੇਜਰੀਵਾਲ ਦਾ ਸਾਥ ਨਹੀਂ ਦਿਓ, ਪਰ ਆਮ ਆਦਮੀ ਪਾਰਟੀ ਦਾ ਦਿਓ। ਤੁਸੀਂ ਹਲੇ ਵੀ ਬਾਰ-ਬਾਰ ਕਹਿ ਰਹੇ ਹੋ ਕਿ ਸਾਡੀ ਪਾਰਟੀ ਹੈਗੀ ਹੈ, ਅੰਦਰ ਉਹੀ ਚੀਜ਼ ਹੈਗੀ ਹਲੇ ਵੀ ਤੁਹਾਡੇ। ਨਹੀਂ, ਅੱਜ ਦੀ ਜਿਹੜੀ ਆਮ ਆਦਮੀ ਪਾਰਟੀ ਹੈ, ਵੀ ਡੋਂਟ ਬਿਲੀਵ ਇਨ ਦੈਟ, ਕਿਉਂਕਿ ਦੈਟ ਦੇ ਹੈਵ ਡਿਵੀਏਟਡ ਫਰਮ ਪ੍ਰਿੰਸੀਪਲਸ। ਮੇਰਾ ਇਹ ਕਹਿਣਾ ਹੈਗਾ ਕਿ ਆਮ ਆਦਮੀ ਪਾਰਟੀ ਜਨਤਾ ਨੇ ਖੜੀ ਕੀਤੀ ਸੀ, ਲੇਕਿਨ ਉਸ ਦੇ ਕਬਜ਼ਾ ਅਰਵਿੰਦ ਕੇਜਰੀਵਾਲ ਦਾ ਹੋ ਚੁੱਕਾ ਹੈ। ਤੁਸੀਂ ਨਾ ਉਹਨੂੰ ਸਪੋਰਟ ਕਰੋ, ਨਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੋ। ਇਸ ਵਕਤ ਪਾਰਟੀ ਆਪਣੇ ਵਾਸਤੇ ਸਿੱਧੀ ਆ ਜਾਏ, ਦੈਨ ਯੈਸ, ਦੈਨ, ਬਟ ਉਹ ਹੋਣਾ ਨਹੀਂ ਹੈਗਾ। ਬਹੁਤ ਸ਼ੁਕਰੀਆ। ਸੋ ਇਸ ਨਾਲ ਮਨੀਸ਼ ਜੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਪਾਰਟੀ, ਆਮ ਆਦਮੀ ਪਾਰਟੀ ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੀ ਸੀ, ਉਹਨਾਂ ਸਿਧਾਂਤਾਂ ਤੋਂ ਮੁਨਕਰ ਹੋ ਚੁੱਕੀ ਹੈ, ਇਹਨਾਂ ਦੇ ਇਲਜ਼ਾਮ ਨੇ। ਫਿਲਹਾਲ ਅਸੀਂ ਉਹ ਸਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਇਹ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ, ਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਸਵਾਲ ਸੀਗੇ। ਅਸੀਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਹਾਂ, ਤੇ ਉਹਨਾਂ ਦੇ ਸਵਾਲ ਵੀ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸਮੀਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।